ਜ਼ਿੰਦਗੀ ਦੀਆਂ ਪਰੇਸ਼ਾਨੀਆਂ, ਇੱਕ ਬਜ਼ੁਰਗ ਦੀ ਕਹਾਣੀ। ਇੱਕ ਵਾਰ ਦੀ ਗੱਲ ਹੈ, ਇੱਕ ਛੋਟੇ ਪਿੰਡ ਵਿੱਚ ਬਾਬਾ ਗੁਰਦਿਆਲ ਸਿੰਘ ਨਾਮ ਦਾ ਇੱਕ ਬਜ਼ੁਰਗ ਰਹਿੰਦਾ ਸੀ। ਉਸ ਦੀ ਉਮਰ ਲਗਭਗ 80 ਸਾਲ ਹੋ ਚੁੱਕੀ ਸੀ, ਪਰ ਅਜੇ ਵੀ ਉਹ ਹਰ ਸਵੇਰੇ ਆਪਣੀ ਲਾਠੀ ਦਾ ਸਹਾਰਾ ਲੈ ਕੇ ਗੁਰਦੁਆਰੇ ਜਾਂਦਾ, ਪਿੰਡ ਦੇ ਬੱਚਿਆਂ ਨਾਲ ਗੱਲਾਂ ਕਰਦਾ ਅਤੇ ਹੌਲੀ-ਹੌਲੀ ਜੀਵਨ ਦੇ ਸਬਕ ਸਾਂਝੇ ਕਰਦਾ ਸੀ। ਬਾਬਾ ਜੀ ਦੀ ਜ਼ਿੰਦਗੀ ਆਸਾਨ ਨਹੀਂ ਸੀ। ਜਵਾਨੀ ਵਿੱਚ ਉਹ ਕਿਸਾਨ ਸੀ, ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਮਿਹਨਤ ਕਰਦਾ। ਉਸ ਸਮੇਂ ਘਰ ਵਿੱਚ ਮਾੜੀ ਹਾਲਤ ਸੀ, ਨਾ ਮਸ਼ੀਨਰੀ, ਨਾ ਆਰਾਮ। ਪਰ ਉਹ ਹੌਸਲੇ ਨਾਲ ਕਹਿੰਦਾ ਸੀ, ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਪੁੱਤ। ਸਮਾਂ ਬੀਤਦਾ ਗਿਆ। ਬਾਬਾ ਜੀ ਦੇ ਬੱਚੇ ਸ਼ਹਿਰਾਂ ਵੱਲ ਚਲੇ ਗਏ, ਕੋਈ ਨੌਕਰੀ ਲਈ, ਕੋਈ ਸਿੱਖਿਆ ਲਈ। ਘਰ ਖਾਲੀ ਹੋ ਗਿਆ, ਪਰ ਬਾਬਾ ਜੀ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਹ ਕਹਿੰਦਾ, ਪਰੇਸ਼ਾਨੀਆਂ ਤਾਂ ਦਰਿਆ ਵਾਂਗ ਹੁੰਦੀਆਂ ਨੇ, ਰੋਕੋ ਤਾਂ ਗੰਦੀ ਹੋ ਜਾਂਦੀਆਂ ਨੇ, ਪਰ ਛੱਡ ਦਿਓ ਤਾਂ ਆਪਣਾ ਰਾਹ ਲੱਭ ਲੈਂਦੀਆਂ ਨੇ। ਇੱਕ ਦਿਨ ਪਿੰਡ ਵਿੱਚ ਬਹੁਤ ਤੇਜ਼ ਮੀਂਹ ਪਿਆ। ਬਾਬਾ ਜੀ ਦਾ ਛੱਤ ਟਪਕਣ ਲੱਗੀ। ਲੋਕਾਂ ਨੇ ਪੁੱਛਿਆ, ਬਾਬਾ ਜੀ, ਤੁਸੀਂ ਉਦਾਸ ਨਹੀਂ? ਉਹ ਹੱਸ ਕੇ ਬੋਲੇ, ਜਦੋਂ ਛੱਤ ਟਪਕਦੀ ਹੈ ਤਾਂ ਪਤਾ ਲੱਗਦਾ ਹੈ ਕਿ ਘਰ ਜੀਵਿਤ ਹੈ। ਜਿਵੇਂ ਦੁੱਖਾਂ ਨਾਲ ਪਤਾ ਲੱਗਦਾ ਹੈ ਕਿ ਮਨੁੱਖ ਅਜੇ ਵੀ ਜੀ ਰਿਹਾ ਹੈ। ਬਾਬਾ ਗੁਰਦਿਆਲ ਸਿੰਘ ਦੀ ਇਹ ਗੱਲ ਪਿੰਡ ਵਾਲਿਆਂ ਨੂੰ ਅੰਦਰੋਂ ਛੂਹ ਗਈ। ਉਹ ਸਮਝ ਗਏ ਕਿ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਸਾਨੂੰ ਤੋੜਨ ਲਈ ਨਹੀਂ, ਸਾਨੂੰ ਸਿਖਾਉਣ ਲਈ ਆਉਂਦੀਆਂ ਹਨ। ਅਖੀਰ ਉਮਰ ਵਿੱਚ ਬਾਬਾ ਜੀ ਹਰ ਰੋਜ਼ ਇੱਕ ਹੀ ਗੱਲ ਕਹਿੰਦੇ ਰਹਿੰਦੇ ਸਨ, ਜੀਵਨ ਦਾ ਮਤਲਬ ਖੁਸ਼ੀ ਖੋਜਣਾ ਨਹੀਂ, ਖੁਸ਼ ਰਹਿਣਾ ਸਿੱਖਣਾ ਹੈ। ਸਮਾਂ ਕਿਸੇ ਲਈ ਨਹੀਂ ਰੁਕਦਾ। ਬਾਬਾ ਗੁਰਦਿਆਲ ਸਿੰਘ ਦੀ ਉਮਰ ਹੁਣ ਬਹੁਤ ਹੋ ਚੁੱਕੀ ਸੀ। ਉਸਦੇ ਹੱਥ ਕੰਬਦੇ ਸਨ, ਨਜ਼ਰ ਕਮਜ਼ੋਰ ਹੋ ਗਈ ਸੀ, ਪਰ ਮਨ ਅਜੇ ਵੀ ਪੱਕਾ ਤੇ ਹਿੰਮਤੀ ਸੀ। ਹਰ ਸਵੇਰੇ ਉਹ ਗੁਰਦੁਆਰੇ ਦੀਆਂ ਸੀੜੀਆਂ ਚੜ੍ਹਦਾ, ਵਾਹਿਗੁਰੂ ਦਾ ਨਾਮ ਜਪਦਾ ਅਤੇ ਬੱਚਿਆਂ ਨੂੰ ਮਿੱਠੀਆਂ ਗੱਲਾਂ ਦੱਸਦਾ। ਪਿੰਡ ਦੇ ਕੁਝ ਨੌਜਵਾਨ ਕਹਿੰਦੇ ਸਨ, ਬਾਬਾ ਜੀ, ਤੁਸੀਂ ਇੰਨੀ ਉਮਰ ਵਿੱਚ ਵੀ ਕਿੰਨੇ ਖੁਸ਼ ਰਹਿੰਦੇ ਹੋ। ਕੀ ਤੁਹਾਨੂੰ ਕੋਈ ਗਮ ਨਹੀਂ? ਬਾਬਾ ਜੀ ਹੱਸ ਪਏ, ਉਹ ਹੱਸੀ ਜਿਸ ਵਿੱਚ ਦਰਦ ਵੀ ਸੀ ਤੇ ਸਿੱਖਿਆ ਵੀ। ਉਹ ਬੋਲੇ, ਪੁੱਤਰੋ, ਗਮ ਤਾਂ ਬੇਅੰਤ ਨੇ। ਜਦ ਮੇਰੀ ਧੀ ਵਿਆਹ ਕੇ ਗਈ, ਮੇਰੇ ਅੱਖਾਂ ਵਿੱਚ ਖੁਸ਼ੀ ਦੇ ਨਾਲ ਥੋੜਾ ਦਰਦ ਵੀ ਸੀ। ਜਦ ਮੇਰਾ ਵੱਡਾ ਪੁੱਤ ਸ਼ਹਿਰ ਗਿਆ, ਘਰ ਸੁੰਨਾ ਹੋ ਗਿਆ। ਪਰ ਮੈਂ ਸਿੱਖ ਲਿਆ ਕਿ ਹਰੇਕ ਵਿਛੋੜੇ ਵਿੱਚ ਇੱਕ ਨਵਾਂ ਮਿਲਾਪ ਲੁਕਿਆ ਹੋਇਆ ਹੁੰਦਾ ਹੈ। ਫਿਰ ਉਹ ਹੌਲੀ ਆਵਾਜ਼ ਵਿੱਚ ਕਹਿੰਦੇ, ਜ਼ਿੰਦਗੀ ਉਹ ਨਹੀਂ ਜੋ ਅਸੀਂ ਚਾਹੁੰਦੇ ਹਾਂ। ਜ਼ਿੰਦਗੀ ਉਹ ਹੈ ਜੋ ਸਾਨੂੰ ਮਿਲਦੀ ਹੈ, ਤੇ ਅਸੀਂ ਉਸ ਨੂੰ ਕਿਵੇਂ ਜੀਦੇ ਹਾਂ, ਇਹ ਸਾਡੀ ਚੋਣ ਹੈ। ਪਰੇਸ਼ਾਨੀਆਂ ਦਾ ਇਨਾਮ। ਇੱਕ ਸਾਲ ਪਿੰਡ ਵਿੱਚ ਸੁੱਕਾ ਪੈ ਗਿਆ। ਖੇਤਾਂ ਵਿੱਚ ਪਾਣੀ ਨਹੀਂ ਸੀ, ਫਸਲ ਸੁੱਕ ਗਈ। ਲੋਕ ਨਿਰਾਸ਼ ਹੋ ਗਏ। ਬਾਬਾ ਜੀ ਆਪਣੇ ਘਰ ਦੇ ਛੋਟੇ ਬਗੀਚੇ ਵਿੱਚ ਰੋਜ਼ ਪਾਣੀ ਛਿੜਕਦੇ ਰਹਿੰਦੇ ਸਨ, ਜਿੱਥੇ ਕੁਝ ਸੁੱਕੀਆਂ ਬੇਲਾਂ ਹੀ ਰਹਿ ਗਈਆਂ ਸਨ। ਕਿਸੇ ਨੇ ਪੁੱਛਿਆ, ਬਾਬਾ ਜੀ, ਜਦ ਮੀਂਹ ਨਹੀਂ ਪੈ ਰਿਹਾ, ਫਿਰ ਇਹ ਮਿਹਨਤ ਕਿਸ ਲਈ? ਬਾਬਾ ਜੀ ਨੇ ਮਿੱਟੀ ਵਿੱਚੋਂ ਇੱਕ ਛੋਟੀ ਜਿਹੀ ਹਰੀ ਕੋਪਲ ਕੱਢੀ ਤੇ ਦਿਖਾਈ। ਵੇਖੋ ਪੁੱਤਰ, ਜੇ ਮਿੱਟੀ ਹਾਰ ਨਹੀਂ ਮੰਨਦੀ, ਤਾਂ ਮਨੁੱਖ ਕਿਉਂ ਮੰਨੇ? ਇਹ ਗੱਲ ਪਿੰਡ ਦੇ ਲੋਕਾਂ ਲਈ ਪ੍ਰੇਰਨਾ ਬਣ ਗਈ। ਲੋਕਾਂ ਨੇ ਮਿਲ ਕੇ ਪਿੰਡ ਦੇ ਕੂਏ ਦੀ ਮੁਰੰਮਤ ਕੀਤੀ, ਪਾਣੀ ਦੀ ਵੰਡ ਸ਼ੁਰੂ ਕੀਤੀ, ਤੇ ਥੋੜੇ ਸਮੇਂ ਵਿੱਚ ਫਸਲਾਂ ਮੁੜ ਹਰੀਆਂ ਹੋ ਗਈਆਂ। ਬਾਬਾ ਜੀ ਦੀ ਉਮਰ ਹੁਣ ਆਪਣੀ ਅਖੀਰਲੀ ਪੜਾਅ ਤੇ ਸੀ। ਇੱਕ ਦਿਨ ਉਹ ਆਪਣੇ ਪੁਰਾਣੇ ਪਲੰਗ ਤੇ ਬੈਠੇ ਆਕਾਸ਼ ਵੱਲ ਤੱਕ ਰਹੇ ਸਨ। ਪਿੰਡ ਦੇ ਕੁਝ ਬੱਚੇ ਉਹਨਾਂ ਦੇ ਆਲੇ ਦੁਆਲੇ ਬੈਠੇ ਸਨ। ਬਾਬਾ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ, ਪੁੱਤਰੋ, ਜਦ ਜ਼ਿੰਦਗੀ ਵਿੱਚ ਦੁੱਖ ਆਵੇ, ਤਾਂ ਸੋਚਣਾ ਨਹੀਂ ਕਿ ਪ੍ਰਭੂ ਸਾਨੂੰ ਸਜ਼ਾ ਦੇ ਰਿਹਾ ਹੈ। ਉਹ ਸਾਨੂੰ ਮਜ਼ਬੂਤ ਬਣਾਉਂਦਾ ਹੈ। ਜਿਵੇਂ ਲੋਹੇ ਨੂੰ ਤਪਾ ਕੇ ਹੀ ਤਲਵਾਰ ਬਣਦੀ ਹੈ, ਤਿਵੇਂ ਮਨੁੱਖ ਨੂੰ ਪਰੇਸ਼ਾਨੀਆਂ ਸਹਿ ਕੇ ਹੀ ਇਨਸਾਨ ਬਣਨਾ ਪੈਂਦਾ ਹੈ। ਬੱਚਿਆਂ ਨੇ ਅੱਖਾਂ ਵਿੱਚ ਹੰਝੂ ਨਾਲ ਪੁੱਛਿਆ, ਬਾਬਾ ਜੀ, ਕੀ ਤੁਸੀਂ ਡਰਦੇ ਨਹੀਂ? ਉਹ ਹੌਲੀ-ਹੌਲੀ ਹੱਸ ਕੇ ਬੋਲੇ, ਨਹੀਂ ਪੁੱਤਰ, ਜਦ ਤੱਕ ਸਾਹ ਹੈ, ਤਦ ਤੱਕ ਆਸ ਹੈ। ਉਸ ਰਾਤ ਬਾਬਾ ਗੁਰਦਿਆਲ ਸਿੰਘ ਸ਼ਾਂਤੀ ਨਾਲ ਅੱਖਾਂ ਮੀਟ ਗਏ, ਪਰ ਪਿੰਡ ਦੇ ਹਰ ਮਨੁੱਖ ਦੇ ਦਿਲ ਵਿੱਚ ਉਹਦੀ ਸਿੱਖ, ਉਹਦੀ ਹਿੰਮਤ ਤੇ ਉਹਦੀ ਮਿਹਰਬਾਨੀ ਅੱਜ ਵੀ ਜਿਉਂਦੀ ਹੈ। ਬਾਬਾ ਗੁਰਦਿਆਲ ਸਿੰਘ ਦੀ ਵਿਰਾਸਤ। ਬਾਬਾ ਗੁਰਦਿਆਲ ਸਿੰਘ ਦੇ ਗੁਜ਼ਰਨ ਤੋਂ ਬਾਅਦ ਪਿੰਡ ਵਿੱਚ ਇੱਕ ਅਜੀਬ ਖਾਮੋਸ਼ੀ ਛਾ ਗਈ। ਜਿਹੜੇ ਰਸਤੇ ਤੇ ਉਹ ਹਰ ਸਵੇਰੇ ਲਾਠੀ ਟੇਕਦੇ ਜਾਂਦੇ ਸਨ, ਉੱਥੇ ਹੁਣ ਸੁੰਨਾਪਨ ਸੀ। ਗੁਰਦੁਆਰੇ ਦੇ ਚਬੂਤਰੇ ਤੇ ਜਿੱਥੇ ਉਹ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਸਨ, ਹੁਣ ਸਿਰਫ ਹਵਾ ਦਾ ਹੌਲਾ ਚੌਂਕਾ ਆਉਂਦਾ ਸੀ। ਪਰ ਉਹਨਾਂ ਦੀਆਂ ਗੱਲਾਂ, ਉਹ ਸੌਖੀਆਂ ਪਰ ਡੂੰਘੀਆਂ ਸਿੱਖਾਂ, ਹਰ ਇੱਕ ਦੇ ਦਿਲ ਵਿੱਚ ਵਸ ਗਈਆਂ ਸਨ। ਪਿੰਡ ਦੇ ਨੌਜਵਾਨ ਕਰਮਜੀਤ ਨੇ ਇੱਕ ਦਿਨ ਸਭ ਨੂੰ ਇਕੱਠਾ ਕਰਕੇ ਕਿਹਾ, ਬਾਬਾ ਜੀ ਕਹਿੰਦੇ ਸਨ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਆਓ ਅਸੀਂ ਆਪਣਾ ਪਿੰਡ ਬਦਲ ਕੇ ਦਿਖਾਈਏ। ਉਹਨਾਂ ਨੇ ਮਿਲ ਕੇ ਇੱਕ ਛੋਟੀ ਜਿਹੀ ਸਹਿਕਾਰੀ ਸਭਾ ਬਣਾਈ।
ਕਿਸਾਨਾਂ ਨੇ ਆਪਣੀ ਫਸਲ ਇਕੱਠੀ ਵੇਚਣੀ ਸ਼ੁਰੂ ਕੀਤੀ, ਬੇਰੁਜ਼ਗਾਰ ਨੌਜਵਾਨਾਂ ਨੇ ਹੱਥ ਦੇ ਕੰਮ ਸਿੱਖੇ ਤੇ ਔਰਤਾਂ ਨੇ ਘਰੋਂ ਹੀ ਹੱਥ-ਖਲਾਈ ਸਮਾਨ ਬਣਾਉਣਾ ਸ਼ੁਰੂ ਕੀਤਾ। ਬਾਬਾ ਜੀ ਦਾ ਪੁਰਾਣਾ ਘਰ ਹੁਣ ਗੁਰਦਿਆਲ ਸਿੰਘ ਸੇਵਾ ਕੇਂਦਰ ਬਣ ਗਿਆ, ਜਿੱਥੇ ਹਰ ਸ਼ਾਮ ਬੱਚਿਆਂ ਨੂੰ ਪਾਠ ਪੜ੍ਹਾਇਆ ਜਾਂਦਾ ਸੀ ਤੇ ਬਜ਼ੁਰਗ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦੇ ਸਨ। ਬਦਲਾਅ ਦੀ ਲਹਿਰ। ਕੁਝ ਸਾਲਾਂ ਵਿੱਚ ਪਿੰਡ ਦਾ ਚਿਹਰਾ ਹੀ ਬਦਲ ਗਿਆ। ਜਿਹੜੇ ਲੋਕ ਪਹਿਲਾਂ ਸ਼ਿਕਾਇਤ ਕਰਦੇ ਸਨ, ਹੁਣ ਮਿਹਨਤ ਨਾਲ ਜੀਵਨ ਜੀਣ ਲੱਗੇ। ਜਿਹੜੇ ਬੱਚੇ ਪਹਿਲਾਂ ਖੇਡਣ ਤੋਂ ਇਲਾਵਾ ਕੁਝ ਨਹੀਂ ਕਰਦੇ ਸਨ, ਉਹ ਹੁਣ ਸਿੱਖਿਆ ਵਿੱਚ ਅੱਗੇ ਵਧਣ ਲੱਗੇ। ਕਰਮਜੀਤ ਅਕਸਰ ਬਾਬਾ ਜੀ ਦੀ ਕੁਰਸੀ ਤੇ ਬੈਠ ਕੇ ਕਹਿੰਦਾ, ਬਾਬਾ ਜੀ ਨੇ ਸਾਨੂੰ ਦੱਸਿਆ ਸੀ, ਸੁੱਖ ਖਰੀਦੇ ਨਹੀਂ ਜਾਂਦੇ, ਉਹ ਬਣਾਏ ਜਾਂਦੇ ਹਨ। ਜਦ ਵੀ ਕਿਸੇ ਨੂੰ ਕੋਈ ਮੁਸੀਬਤ ਆਉਂਦੀ, ਪਿੰਡ ਦੇ ਲੋਕ ਇੱਕ ਦੂਜੇ ਨੂੰ ਕਹਿੰਦੇ, ਡਰੋ ਨਹੀਂ, ਬਾਬਾ ਜੀ ਕਹਿੰਦੇ ਸਨ, ਜਦ ਤੱਕ ਸਾਹ ਹੈ, ਤਦ ਤੱਕ ਆਸ ਹੈ। ਸਾਲਾਂ ਬਾਅਦ 20 ਸਾਲ ਬੀਤ ਗਏ। ਇੱਕ ਦਿਨ ਸ਼ਹਿਰ ਤੋਂ ਇੱਕ ਰਿਪੋਰਟਰ ਪਿੰਡ ਆਇਆ। ਉਹਨੇ ਪੁੱਛਿਆ, ਤੁਹਾਡੇ ਪਿੰਡ ਦੀ ਤਰੱਕੀ ਦਾ ਰਾਜ਼ ਕੀ ਹੈ? ਪਿੰਡ ਦੀ ਇੱਕ ਬਜ਼ੁਰਗ ਮਾਤਾ ਹੌਲੀ ਆਵਾਜ਼ ਵਿੱਚ ਬੋਲੀ, ਸਾਡਾ ਰਾਜ਼ ਬਾਬਾ ਗੁਰਦਿਆਲ ਸਿੰਘ ਨੇ ਛੱਡਿਆ ਸੀ। ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਡਰਨਾ ਨਹੀਂ, ਉਹਨਾਂ ਨੂੰ ਆਪਣਾ ਅਧਿਆਪਕ ਸਮਝਣਾ। ਰਿਪੋਰਟਰ ਨੇ ਆਲੇ ਦੁਆਲੇ ਵੇਖਿਆ। ਹਰੇ ਖੇਤ, ਹੱਸਦੇ ਚਿਹਰੇ, ਸਾਫ਼ ਰਸਤੇ ਤੇ ਗੁਰਦਿਆਲ ਸਿੰਘ ਸੇਵਾ ਕੇਂਦਰ ਦੇ ਬਾਹਰ ਲਿਖਿਆ ਸ਼ਬਦ। ਪਰੇਸ਼ਾਨੀ ਉਹ ਨਹੀਂ ਜੋ ਰੋਕਦੀ ਹੈ, ਪਰੇਸ਼ਾਨੀ ਉਹ ਹੈ ਜੋ ਸਿਖਾਉਂਦੀ ਹੈ। ਇਸ ਤਰ੍ਹਾਂ ਬਾਬਾ ਗੁਰਦਿਆਲ ਸਿੰਘ ਦਾ ਜੀਵਨ ਇੱਕ ਕਹਾਣੀ ਤੋਂ ਵੱਧ ਇੱਕ ਚਲਦੀ ਫਿਰਦੀ ਸਿੱਖਿਆ ਬਣ ਗਿਆ। ਉਹ ਖੁਦ ਤਾਂ ਚਲੇ ਗਏ, ਪਰ ਉਹਦੀ ਸੋਚ, ਉਹਦਾ ਹੌਸਲਾ ਅਤੇ ਉਹਦੀ ਮੁਸਕਾਨ ਹਰ ਦਿਲ ਵਿੱਚ ਜਿੰਦਾ ਰਹੀ। ਨਵੀਂ ਪੀੜ੍ਹੀ ਦਾ ਰਾਹ। ਸਾਲਾਂ ਬੀਤ ਗਏ ਸਨ। ਬਾਬਾ ਗੁਰਦਿਆਲ ਸਿੰਘ ਦੇ ਗੁਜ਼ਰਨ ਤੋਂ ਬਾਅਦ ਪਿੰਡ ਬਹੁਤ ਬਦਲ ਚੁੱਕਾ ਸੀ। ਸੜਕਾਂ ਪੱਕੀਆਂ ਹੋ ਗਈਆਂ, ਬੱਚੇ ਸਕੂਲਾਂ ਤੇ ਕਾਲਜਾਂ ਤੱਕ ਪਹੁੰਚ ਗਏ ਤੇ ਹਰ ਘਰ ਵਿੱਚ ਖੁਸ਼ਹਾਲੀ ਦੀ ਚਮਕ ਦਿਖਾਈ ਦਿੰਦੀ ਸੀ। ਪਰ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਨਵੀਂ ਪੀੜ੍ਹੀ, ਜੋ ਸ਼ਹਿਰਾਂ ਤੋਂ ਪੜ੍ਹਾਈ ਕਰਕੇ ਵਾਪਸ ਆਈ ਸੀ, ਹੁਣ ਇੱਕ ਨਵੇਂ ਦੌਰ ਵਿੱਚ ਕਦਮ ਰੱਖ ਰਹੀ ਸੀ। ਉਹਨਾਂ ਵਿੱਚੋਂ ਇੱਕ ਸੀ ਅਮਨਦੀਪ, ਜੋ ਕਰਮਜੀਤ ਦਾ ਪੁੱਤਰ ਸੀ। ਅਮਨਦੀਪ ਦੀਆਂ ਅੱਖਾਂ ਵਿੱਚ ਸੁਪਨੇ ਸਨ, ਪਰ ਦਿਲ ਵਿੱਚ ਦੁਚਾਰਾ। ਉਸਨੂੰ ਲੱਗਦਾ ਸੀ ਕਿ ਪਿੰਡ ਦੀ ਜ਼ਿੰਦਗੀ ਪੁਰਾਣੀ ਹੈ ਤੇ ਸ਼ਹਿਰ ਦੀ ਚਮਕ ਹੀ ਸੱਚੀ ਤਰੱਕੀ ਹੈ। ਇੱਕ ਦਿਨ ਉਹ ਆਪਣੇ ਪਿਤਾ ਕੋਲ ਆਇਆ ਤੇ ਬੋਲਿਆ, ਪਿਤਾ ਜੀ, ਮੈਂ ਸ਼ਹਿਰ ਵਾਪਸ ਜਾਣਾ ਚਾਹੁੰਦਾ ਹਾਂ। ਇੱਥੇ ਕੋਈ ਮੌਕਾ ਨਹੀਂ। ਕਰਮਜੀਤ ਨੇ ਹੌਲੀ-ਹੌਲੀ ਕਿਹਾ, ਪੁੱਤਰ, ਜਾ ਸਕਦਾ ਹੈ, ਪਰ ਯਾਦ ਰੱਖੀ, ਬਾਬਾ ਜੀ ਕਹਿੰਦੇ ਸਨ, ਜਿੱਥੇ ਮਨੁੱਖ ਦੀ ਜੜ ਹੈ, ਉੱਥੇ ਹੀ ਉਸਦੀ ਤਾਕਤ ਹੈ। ਅਮਨਦੀਪ ਕੁਝ ਨਹੀਂ ਬੋਲਿਆ। ਉਹ ਗੁਰਦਿਆਲ ਸਿੰਘ ਸੇਵਾ ਕੇਂਦਰ ਗਿਆ, ਜਿੱਥੇ ਬਾਬਾ ਜੀ ਦੀ ਪੁਰਾਣੀ ਲਾਠੀ ਤੇ ਤਸਵੀਰ ਟੰਗੀ ਸੀ। ਉਸਨੇ ਤਸਵੀਰ ਵੱਲ ਵੇਖਿਆ ਤੇ ਲੱਗਿਆ ਜਿਵੇਂ ਬਾਬਾ ਜੀ ਦੀਆਂ ਅੱਖਾਂ ਉਸਨੂੰ ਕਹਿ ਰਹੀਆਂ ਹੋਣ, ਸੁਪਨੇ ਦੌੜ ਕੇ ਨਹੀਂ ਮਿਲਦੇ ਪੁੱਤਰ, ਉਹ ਬਣਾਉਣੇ ਪੈਂਦੇ ਹਨ। ਉਹ ਰਾਤ ਅਮਨਦੀਪ ਸਾਰੀ ਰਾਤ ਨਹੀਂ ਸੋ ਸਕਿਆ। ਉਸਦੇ ਮਨ ਵਿੱਚ ਇੱਕ ਨਵਾਂ ਵਿਚਾਰ ਜਨਮ ਲੈ ਰਿਹਾ ਸੀ। ਸ਼ਹਿਰਾਂ ਵਾਂਗ ਤਰੱਕੀ, ਪਰ ਪਿੰਡ ਦੇ ਮੂਲਾਂ ਨਾਲ। ਬਦਲਾਅ ਦੀ ਨਵੀਂ ਲਹਿਰ। ਅਗਲੇ ਦਿਨ ਉਸਨੇ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ ਤੇ ਕਿਹਾ, ਸਾਡੇ ਬਾਬਾ ਜੀ ਨੇ ਪਰੇਸ਼ਾਨੀਆਂ ਨਾਲ ਜੀਣਾ ਸਿਖਾਇਆ ਸੀ। ਹੁਣ ਸਮਾਂ ਹੈ, ਅਸੀਂ ਉਹਨਾਂ ਸਿੱਖਾਂ ਨੂੰ ਨਵੀਂ ਰੂਪ ਵਿੱਚ ਅਪਣਾਈਏ। ਉਸਨੇ ਪਿੰਡ ਵਿੱਚ ਸੂਰਜੀ ਊਰਜਾ ਲਗਾਈ। ਇੱਕ ਛੋਟੀ IT ਸਿਖਲਾਈ ਕਲਾਸ ਸ਼ੁਰੂ ਕੀਤੀ ਤੇ ਬੱਚਿਆਂ ਨੂੰ ਕਿਸਾਨੀ ਨਾਲ ਤਕਨੀਕ ਜੋੜਨਾ ਸਿਖਾਉਣਾ ਸ਼ੁਰੂ ਕੀਤਾ। ਲੋਕ ਪਹਿਲਾਂ ਹੱਸੇ, ਇਹ ਕਿੱਥੇ ਪਿੰਡਾਂ ਵਿੱਚ ਕੰਪਿਊਟਰ। ਪਰ ਜਦ ਪਹਿਲੀ ਵਾਰ ਕਿਸਾਨਾਂ ਨੇ ਆਪਣੇ ਮੋਬਾਈਲ ਤੇ ਮੌਸਮ ਦਾ ਅਨੁਮਾਨ ਵੇਖ ਕੇ ਬੀਜ ਬੋਏ ਤੇ ਫਸਲ ਵਧੀਆ ਹੋਈ, ਲੋਕਾਂ ਨੇ ਮੰਨ ਲਿਆ ਕਿ ਬਾਬਾ ਜੀ ਦੀ ਸਿੱਖ ਅਜੇ ਵੀ ਜੀਵੰਤ ਹੈ। ਪੂਰਾ ਚੱਕਰ। ਇੱਕ ਦਿਨ ਸ਼ਾਮ ਨੂੰ, ਅਮਨਦੀਪ ਆਪਣੇ ਘਰ ਦੇ ਬਾਹਰ ਬੈਠਾ ਸੀ। ਹਵਾ ਵਿੱਚ ਉਹੀ ਖੁਸ਼ਬੂ ਸੀ ਜੋ ਕਈ ਸਾਲ ਪਹਿਲਾਂ ਬਾਬਾ ਜੀ ਦੇ ਸਮੇਂ ਆਉਂਦੀ ਸੀ। ਉਸਦੇ ਨਾਲ ਕੁਝ ਛੋਟੇ ਬੱਚੇ ਖੇਡ ਰਹੇ ਸਨ। ਇੱਕ ਬੱਚੇ ਨੇ ਪੁੱਛਿਆ, ਅੰਕਲ ਜੀ, ਬਾਬਾ ਗੁਰਦਿਆਲ ਸਿੰਘ ਕੌਣ ਸਨ? ਅਮਨਦੀਪ ਮੁਸਕਰਾਇਆ। ਉਸ ਦੀਆਂ ਅੱਖਾਂ ਵਿੱਚ ਚਮਕ ਤੇ ਗਰੂਰ ਸੀ। ਉਹ ਬੋਲੇ, ਬਾਬਾ ਜੀ ਉਹ ਸਨ, ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਜ਼ਿੰਦਗੀ ਦੀ ਹਰ ਪਰੇਸ਼ਾਨੀ ਇੱਕ ਅਧਿਆਪਕ ਹੈ। ਉਹ ਸਾਨੂੰ ਛੱਡ ਗਏ, ਪਰ ਉਹਦੀ ਸਿੱਖ ਸਾਨੂੰ ਜਿਉਣਾ ਸਿਖਾ ਗਈ। ਬੱਚੇ ਧਿਆਨ ਨਾਲ ਸੁਣਦੇ ਰਹੇ ਤੇ ਉਹਨਾਂ ਦੀਆਂ ਅੱਖਾਂ ਵਿੱਚ ਉਹੀ ਚਮਕ ਸੀ ਜੋ ਕਈ ਸਾਲ ਪਹਿਲਾਂ ਬਾਬਾ ਜੀ ਦੀਆਂ ਅੱਖਾਂ ਵਿੱਚ ਸੀ। ਹੌਸਲੇ, ਵਿਸ਼ਵਾਸ ਅਤੇ ਮਿਹਨਤ ਦੀ ਚਮਕ। ਪਰੇਸ਼ਾਨੀ ਨੂੰ ਸ਼ਿਕਾਇਤ ਨਾ ਸਮਝੋ। ਉਹ ਪ੍ਰਭੂ ਦਾ ਤਰੀਕਾ ਹੈ ਸਾਨੂੰ ਮਜ਼ਬੂਤ ਬਣਾਉਣ ਦਾ। ਪਿੰਡ ਦੀਆਂ ਹੱਦਾਂ ਤੋਂ ਪਰੇ। ਅਮਨਦੀਪ ਦੀ ਮਿਹਨਤ ਨਾਲ ਹੁਣ ਪਿੰਡ ਸਿਰਫ ਆਪਣੇ ਲਈ ਨਹੀਂ, ਹੋਰਾਂ ਲਈ ਵੀ ਮਿਸਾਲ ਬਣ ਗਿਆ ਸੀ। ਜੋ ਲੋਕ ਪਹਿਲਾਂ ਸ਼ਹਿਰਾਂ ਤੋਂ ਮਜ਼ਾਕ ਕਰਦੇ ਸਨ, ਹੁਣ ਆ ਕੇ ਪੁੱਛਦੇ ਸਨ, ਤੁਹਾਡੇ ਪਿੰਡ ਵਿੱਚ ਇਹਨਾਂ ਬਦਲਾਅ ਕਿਵੇਂ ਆ ਗਿਆ? ਅਮਨਦੀਪ ਹੌਲੀ-ਹੌਲੀ ਜਵਾਬ ਦਿੰਦਾ,
ਸਾਡੇ ਕੋਲ ਕੋਈ ਵੱਡੀ ਦੌਲਤ ਨਹੀਂ ਸੀ, ਪਰ ਸਾਡੇ ਕੋਲ ਬਾਬਾ ਗੁਰਦਿਆਲ ਸਿੰਘ ਦੀਆਂ ਗੱਲਾਂ ਸਨ। ਕਈ ਵਿਦਿਆਰਥੀ ਤੇ ਸਮਾਜ ਸੇਵਕ ਪਿੰਡ ਵਿੱਚ ਆਉਣ ਲੱਗੇ। ਉਹਨਾਂ ਨੇ ਬਾਬਾ ਜੀ ਦੀ ਯਾਦ ਵਿੱਚ ਇੱਕ ਪਰੇਸ਼ਾਨੀ ਤੋਂ ਪ੍ਰੇਰਣਾ ਸਮਾਰਕ ਬਣਾਇਆ, ਜਿੱਥੇ ਪੱਥਰ ਤੇ ਉਹਦੇ ਸ਼ਬਦ ਖੁਦੇ ਹੋਏ ਸਨ। ਜੀਵਨ ਵਿੱਚ ਦੁੱਖਾਂ ਤੋਂ ਭੱਜਣਾ ਆਸਾਨ ਹੈ, ਪਰ ਉਹਨਾਂ ਵਿੱਚੋਂ ਸਿੱਖਣਾ ਸੱਚੀ ਹਿੰਮਤ ਹੈ। ਹਰ ਸਾਲ ਪਿੰਡ ਵਿੱਚ ਇੱਕ ਮੇਲਾ ਲੱਗਣ ਲੱਗਾ, ਜਿਸ ਦਾ ਨਾਮ ਸੀ ਹੌਸਲੇ ਦਾ ਮੇਲਾ। ਇੱਥੇ ਲੋਕ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਜੀਵਨ ਦੀਆਂ ਪਰੇਸ਼ਾਨੀਆਂ ਨਾਲ ਲੜ ਕੇ ਨਵੀਂ ਸ਼ੁਰੂਆਤ ਕੀਤੀ। ਬਾਬਾ ਜੀ ਦਾ ਸੁਪਨਾ ਪੂਰਾ। ਇੱਕ ਦਿਨ ਸ਼ਾਮ ਦੇ ਵੇਲੇ ਅਮਨਦੀਪ ਨੇ ਆਪਣੀ ਮਾਂ ਨੂੰ ਕਿਹਾ, ਮਾਂ ਜੀ, ਮੈਂ ਸੋਚ ਰਿਹਾ ਹਾਂ ਕਿ ਬਾਬਾ ਜੀ ਦੀਆਂ ਸਿੱਖਾਂ ਨੂੰ ਇੱਕ ਕਿਤਾਬ ਵਿੱਚ ਲਿਖ ਦਿਆਂ, ਤਾਂ ਕਿ ਹੋਰ ਪਿੰਡਾਂ ਤੱਕ ਵੀ ਉਹ ਪਹੁੰਚ ਸਕਣ। ਮਾਂ ਦੀਆਂ ਅੱਖਾਂ ਭਰ ਆਈਆਂ। ਉਹ ਕਹਿੰਦੀ, ਪੁੱਤਰ, ਬਾਬਾ ਜੀ ਨੇ ਕਦੇ ਕਿਹਾ ਸੀ, ਸ਼ਬਦ ਉਹ ਬੀਜ ਨੇ ਜੋ ਕਦੇ ਸੁੱਕਦੇ ਨਹੀਂ। ਅਮਨਦੀਪ ਨੇ ਕਈ ਰਾਤਾਂ ਜਾਗ ਕੇ ਬਾਬਾ ਜੀ ਦੀਆਂ ਗੱਲਾਂ ਲਿਖੀਆਂ, ਉਹਦੇ ਹਾਸੇ, ਉਹਦੀ ਤਕਲੀਫਾਂ ਤੇ ਉਹਦੇ ਸੁਨੇਹੇ। ਕਿਤਾਬ ਦਾ ਨਾਮ ਰੱਖਿਆ ਗਿਆ, ਪਰੇਸ਼ਾਨੀ ਤੋਂ ਪ੍ਰੇਰਣਾ, ਬਾਬਾ ਗੁਰਦਿਆਲ ਸਿੰਘ ਦੀ ਜ਼ਿੰਦਗੀ ਤੋਂ ਸਿੱਖਾਂ। ਕਿਤਾਬ ਸ਼ਹਿਰਾਂ ਵਿੱਚ ਪ੍ਰਸਿੱਧ ਹੋ ਗਈ। ਕਈ ਸਕੂਲਾਂ ਤੇ ਕਾਲਜਾਂ ਵਿੱਚ ਬਾਬਾ ਜੀ ਦੀ ਕਹਾਣੀ ਪੜ੍ਹਾਈ ਜਾਣ ਲੱਗੀ। ਲੋਕ ਕਹਿੰਦੇ ਸਨ, ਇਹ ਬਜ਼ੁਰਗ ਸਿਰਫ ਇੱਕ ਪਿੰਡ ਦਾ ਹੀਰੋ ਨਹੀਂ ਸੀ, ਇਹ ਤਾਂ ਸਾਰੀ ਕੌਮ ਲਈ ਇੱਕ ਮਿਸਾਲ ਸੀ। ਸਿੱਖਿਆ ਦਾ ਚਿਰਾਗ। ਸਮਾਂ ਚੱਲਦਾ ਗਿਆ। ਹੁਣ ਅਮਨਦੀਪ ਦੇ ਵੀ ਬੱਚੇ ਹੋ ਗਏ ਸਨ। ਇੱਕ ਰਾਤ ਉਸ ਦਾ ਛੋਟਾ ਪੁੱਤਰ ਪੁੱਛਦਾ ਹੈ, ਪਿਤਾ ਜੀ, ਤੁਸੀਂ ਹਰ ਰੋਜ਼ ਬਾਬਾ ਜੀ ਦੀ ਕਹਾਣੀ ਕਿਉਂ ਦੱਸਦੇ ਹੋ? ਅਮਨਦੀਪ ਨੇ ਮੁਸਕਰਾ ਕੇ ਕਿਹਾ, ਕਿਉਂਕਿ ਪੁੱਤਰ, ਜਦ ਤੂੰ ਇਹ ਕਹਾਣੀ ਸੁਣਦਾ ਹੈ, ਤਦ ਤੂੰ ਸਿੱਖਦਾ ਹੈ ਕਿ ਦੁੱਖ ਤੇ ਸੁੱਖ ਦੋਵੇਂ ਪ੍ਰਭੂ ਦੀਆਂ ਪਰਖਾਂ ਹਨ, ਤੇ ਜਿਹੜਾ ਮਨੁੱਖ ਇਹਨਾਂ ਦੋਵਾਂ ਵਿੱਚ ਸੰਤੁਲਨ ਰੱਖ ਲੈਂਦਾ ਹੈ, ਉਹੀ ਸੱਚਾ ਜੀਵਨ ਜਿਉਂਦਾ ਹੈ। ਬੱਚੇ ਦੀਆਂ ਅੱਖਾਂ ਚਮਕੀਆਂ। ਉਸਨੇ ਕਿਹਾ, ਪਿਤਾ ਜੀ, ਜਦ ਮੈਂ ਵੱਡਾ ਹੋਵਾਂਗਾ, ਮੈਂ ਵੀ ਬਾਬਾ ਜੀ ਵਾਂਗ ਹੋਵਾਂਗਾ, ਲੋਕਾਂ ਦੀ ਮਦਦ ਕਰਾਂਗਾ। ਅਮਨਦੀਪ ਨੇ ਉਸਦੇ ਸਿਰ ਤੇ ਹੱਥ ਰੱਖਿਆ ਤੇ ਹੌਲੀ ਆਵਾਜ਼ ਵਿੱਚ ਕਿਹਾ, ਵਾਹਿਗੁਰੂ ਕਰੇ ਪੁੱਤਰ, ਬਾਬਾ ਜੀ ਦੀ ਰੂਹ ਤੈਨੂੰ ਅਸੀਸ ਦੇਵੇ। ਉਸ ਪਲ ਵਿੱਚ ਜਿਵੇਂ ਹਵਾ ਵਿੱਚ ਇੱਕ ਮਿੱਠੀ ਖਾਮੋਸ਼ੀ ਫੈਲ ਗਈ, ਜਿਵੇਂ ਬਾਬਾ ਗੁਰਦਿਆਲ ਸਿੰਘ ਦੀ ਆਵਾਜ਼ ਕਹਿ ਰਹੀ ਹੋਵੇ, ਮੈਂ ਨਹੀਂ, ਮੇਰੀ ਸੋਚ ਜਿਉਂਦੀ ਰਹੇਗੀ। ਜ਼ਿੰਦਗੀ ਦੀਆਂ ਪਰੇਸ਼ਾਨੀਆਂ ਸਾਨੂੰ ਤੋੜਦੀਆਂ ਨਹੀਂ, ਉਹ ਸਾਨੂੰ ਉਹ ਬਣਾਉਂਦੀਆਂ ਨੇ ਜੋ ਅਸੀਂ ਬਣਨਾ ਚਾਹੁੰਦੇ ਹਾਂ। ਰੂਹ ਦੀ ਪਰਛਾਂ। ਉਸ ਰਾਤ ਅਮਨਦੀਪ ਦੇ ਪਿੰਡ ਵਿੱਚ ਗੁਰਦੁਆਰੇ ਦਾ ਸਮਾਂ ਵਧਿਆ ਹੋਇਆ ਸੀ। ਲੋਕਾਂ ਨੇ ਬਾਬਾ ਗੁਰਦਿਆਲ ਸਿੰਘ ਦੀ ਯਾਦ ਵਿੱਚ ਕੀਰਤਨ ਰੱਖਿਆ ਸੀ। ਗੁਰਦੁਆਰੇ ਦੇ ਸਾਹਮਣੇ ਜਦ ਦੀਵੇ ਜਲਾਏ ਗਏ, ਹਵਾ ਵਿੱਚ ਇੱਕ ਅਜੀਬ ਸ਼ਾਂਤੀ ਫੈਲ ਗਈ, ਜਿਵੇਂ ਸਮਾਂ ਰੁਕ ਗਿਆ ਹੋਵੇ। ਅਮਨਦੀਪ ਨੇ ਅੱਖਾਂ ਬੰਦ ਕੀਤੀਆਂ। ਉਸਦੇ ਮਨ ਵਿੱਚ ਬਾਬਾ ਜੀ ਦੀਆਂ ਬੇਸ਼ੁਮਾਰ ਯਾਦਾਂ ਤਰ ਰਹੀਆਂ ਸਨ। ਉਹਦੀ ਹੌਲੀ ਆਵਾਜ਼, ਉਹਦੀ ਹੱਸੀ ਤੇ ਉਹਦੇ ਸ਼ਬਦ, ਪੁੱਤਰ, ਜਦ ਤੂੰ ਥੱਕ ਜਾਵੇਂ ਤਾਂ ਮਿਹਨਤ ਰੋਕੀ, ਪਰ ਆਸ ਨਹੀਂ। ਅਚਾਨਕ ਉਸਨੂੰ ਲੱਗਾ ਜਿਵੇਂ ਹਵਾ ਦਾ ਹੌਲਾ ਝੋਕਾ ਉਸਦੇ ਚਿਹਰੇ ਨੂੰ ਛੂ ਗਿਆ। ਉਸਨੇ ਅੱਖਾਂ ਖੋਲੀਆਂ ਅਤੇ ਗੁਰਦੁਆਰੇ ਦੇ ਦਰਵਾਜ਼ੇ ਦੇ ਪਾਸੇ ਬਾਬਾ ਜੀ ਦੀ ਤਸਵੀਰ ਤੇ ਦੀਵੇ ਦੀ ਲੋ ਸ਼ਾਂਤ ਚਮਕ ਰਹੀ ਸੀ। ਉਹ ਪਲ ਅਮਨਦੀਪ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਉਸਦੇ ਦਿਲ ਵਿੱਚ ਆਵਾਜ਼ ਆਈ, ਮੈਂ ਕਦੇ ਨਹੀਂ ਗਿਆ, ਪੁੱਤਰ। ਜਦ ਤੂੰ ਕਿਸੇ ਦੀ ਮਦਦ ਕਰਦਾ ਹੈ, ਮੈਂ ਉੱਥੇ ਹੀ ਹੁੰਦਾ ਹਾਂ। ਉਸਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਪਏ, ਪਰ ਇਹ ਹੰਝੂ ਦਰਦ ਦੇ ਨਹੀਂ ਸਨ। ਇਹ ਆਭਾਰ ਤੇ ਸੰਤੁਸ਼ਟੀ ਦੇ ਸਨ। ਰੋਸ਼ਨੀ ਦਾ ਰਾਹ। ਅਗਲੇ ਦਿਨ ਅਮਨਦੀਪ ਨੇ ਪਿੰਡ ਦੇ ਬੱਚਿਆਂ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ, ਬਾਬਾ ਜੀ ਦਾ ਚਿਰਾਗ, ਜਿੱਥੇ ਹਰ ਬੱਚੇ ਨੂੰ ਇਹ ਸਿੱਖ ਦਿੱਤੀ ਜਾਂਦੀ ਸੀ ਕਿ ਪਰੇਸ਼ਾਨੀ ਤੋਂ ਡਰਨਾ ਨਹੀਂ, ਉਸ ਨੂੰ ਸਮਝਣਾ ਤੇ ਉਸ ਤੋਂ ਸਿੱਖਣਾ। ਬੱਚੇ ਗੁਰਦੁਆਰੇ ਦੇ ਚਬੂਤਰੇ ਤੇ ਬੈਠਦੇ, ਜਿੱਥੇ ਕਈ ਸਾਲ ਪਹਿਲਾਂ ਬਾਬਾ ਗੁਰਦਿਆਲ ਸਿੰਘ ਆਪ ਕਹਾਣੀਆਂ ਸੁਣਾਉਂਦੇ ਸਨ। ਹੁਣ ਅਮਨਦੀਪ ਉਹੀ ਜਗ੍ਹਾ ਤੇ ਕਹਿੰਦਾ, ਬਾਬਾ ਜੀ ਕਹਿੰਦੇ ਸਨ, ਜੇ ਜੀਵਨ ਦਾ ਰਾਹ ਕਠਨ ਹੋਵੇ ਤਾਂ ਸਮਝ ਲਓ ਤੁਸੀਂ ਸਹੀ ਰਸਤੇ ਤੇ ਹੋ। ਬੱਚੇ ਧਿਆਨ ਨਾਲ ਸੁਣਦੇ ਤੇ ਹਰੇਕ ਦੇ ਦਿਲ ਵਿੱਚ ਇੱਕ ਨਵੀਂ ਚਿੰਗਾਰੀ ਜਲਦੀ। ਉਹ ਚਿੰਗਾਰੀ ਸੀ ਹੌਸਲੇ ਦੀ, ਸੱਚਾਈ ਦੀ ਤੇ ਮਨੁੱਖਤਾ ਦੀ। ਪਿੰਡ ਦੀ ਰੂਹ। ਸਮਾਂ ਨੇ ਕਈ ਪੀੜ੍ਹੀਆਂ ਬਦਲ ਦਿੱਤੀਆਂ, ਪਰ ਜਦ ਵੀ ਕੋਈ ਨਵਾਂ ਬੱਚਾ ਪੈਦਾ ਹੁੰਦਾ, ਉਸਦੇ ਕੰਨ ਵਿੱਚ ਮਾਂ ਹੌਲੀ ਆਵਾਜ਼ ਵਿੱਚ ਕਹਿੰਦੀ, ਤੂੰ ਬਾਬਾ ਗੁਰਦਿਆਲ ਸਿੰਘ ਦਾ ਪੁੱਤਰ ਹੈ। ਤੈਨੂੰ ਦੁੱਖਾਂ ਨਾਲ ਲੜਨਾ ਹੈ, ਪਰ ਕਦੇ ਕਿਸੇ ਨੂੰ ਦੁੱਖ ਨਹੀਂ ਦੇਣਾ। ਹੁਣ ਪਿੰਡ ਦੇ ਲੋਕ ਬਾਬਾ ਜੀ ਦੀਆਂ ਗੱਲਾਂ ਨੂੰ ਕਹਾਣੀਆਂ ਨਹੀਂ, ਰੋਜ਼ਾਨਾ ਜੀਵਨ ਦਾ ਹਿੱਸਾ ਮੰਨਦੇ ਸਨ। ਕਿਸੇ ਦੇ ਘਰ ਦੁੱਖ ਆਉਂਦਾ ਤਾਂ ਦੂਜਾ ਕਹਿੰਦਾ, ਹੌਸਲਾ ਰੱਖੋ, ਬਾਬਾ ਜੀ ਦਾ ਆਸਰਾ ਹੈ। ਅੰਤ ਜੋ ਅੰਤ ਨਹੀਂ। ਇੱਕ ਰਾਤ ਪਿੰਡ ਦੇ ਆਸਮਾਨ ਵਿੱਚ ਚਮਕਦਾਰ ਤਾਰੇ ਸਨ। ਅਮਨਦੀਪ ਦਾ ਪੁੱਤਰ ਹੁਣ ਵੱਡਾ ਹੋ ਚੁੱਕਾ
ਉਸੇ ਚਬੂਤਰੇ ਤੇ ਬੈਠਾ ਆਪਣੇ ਬੱਚਿਆਂ ਨੂੰ ਕਹਾਣੀ ਸੁਣਾ ਰਿਹਾ ਸੀ। ਇੱਕ ਬਜ਼ੁਰਗ ਸੀ, ਬਾਬਾ ਗੁਰਦਿਆਲ ਸਿੰਘ, ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਪਰੇਸ਼ਾਨੀ ਵੀ ਪ੍ਰਭੂ ਦੀ ਮਿਹਰ ਦਾ ਰੂਪ ਹੈ। ਬੱਚੇ ਹੱਸਦੇ, ਪੁੱਛਦੇ, ਹੈਰਾਨ ਹੁੰਦੇ ਤੇ ਆਕਾਸ਼ ਵਿੱਚ ਤਾਰਿਆਂ ਵੱਲ ਵੇਖਦੇ, ਜਿਵੇਂ ਉਹਨਾਂ ਵਿੱਚੋਂ ਇੱਕ ਤਾਰਾ ਬਾਬਾ ਗੁਰਦਿਆਲ ਸਿੰਘ ਦੀ ਰੂਹ ਬਣ ਕੇ ਚਮਕ ਰਿਹਾ ਹੋਵੇ। ਉਹ ਤਾਰਾ ਪਿੰਡ ਉੱਤੇ ਹੌਲੀ-ਹੌਲੀ ਚਮਕਦਾ ਸੀ, ਜਿਵੇਂ ਕਹਿ ਰਿਹਾ ਹੋਵੇ, ਜਦ ਤੱਕ ਇਹ ਕਹਾਣੀ ਸੁਣੀ ਜਾਂਦੀ ਰਹੇਗੀ, ਮੈਂ ਕਦੇ ਨਹੀਂ ਮਰਾਂਗਾ। ਸਿੱਖ ਦਾ ਅੰਤਿਮ ਸੁਨੇਹਾ, ਜ਼ਿੰਦਗੀ ਦਾ ਮਤਲਬ ਦੁੱਖਾਂ ਤੋਂ ਬਚਣਾ ਨਹੀਂ, ਸਗੋਂ ਉਹਨਾਂ ਨਾਲ ਜਿਉਣਾ ਸਿੱਖਣਾ ਹੈ, ਕਿਉਂਕਿ ਜਿੱਥੇ ਦਰਦ ਹੈ, ਉੱਥੇ ਹੀ ਇਨਸਾਨੀਅਤ ਜਿੰਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਣਨ ਲਈ।